ਬਾਪ ਬੇਟਾ ਤੇ ਰੂਪਾ ਨਾਮ ਤੇ ਆਮੀਨ। सब भैन भरावां ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਅੱਜ ਦਾ ਦਿਨ ਤਾਂ ਅੱਜ ਦਾ ਸਮਾਂ ਦਿੱਤਾ ਹੈ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਪ੍ਰਭੂ ਦੀ ਮਹਿਮਾ ਤੇ ਵਡਿਆਈ ਕਰੀਏ, ਪ੍ਰਭੂ ਦੇ ਪਿੱਤਰ ਚਰਨ ਚੜ੍ਹ ਕੇ ਦੁਆਵਾਂ ਕਰੀਏ, ਬੇਨਤੀਆਂ ਕਰੀਏ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ, ਅਕਲ ਬੁੱਧੀ ਗਿਆਨ ਦੇਵੇ ਕਿ ਅਸੀਂ ਪਿਤਾ ਪਰਮੇਸ਼ਰ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ ਔਰ ਸਮਝ ਸਕੀਏ। ਮੇਰੇ ਭੈਣ ਭਰਾਵੋ, ਅੱਜ ਅਸੀਂ ਪਿੱਤਰ ਬਾਈਬਲ ਚੋਂ ਪੜ੍ਹਨਾ ਇਤਨਾਮਾ ਗਿਣਤੀ ਚੈਪਟਰ 20 1 ਤੋਂ 13 ਆਇਤਾਂ ਪੜ੍ਹਾਂਗੇ। ਨੰਬਰਸ ਚੈਪਟਰ 20 verses 1 till 13। ਮੋਸੇਸ ਸਟ੍ਰਾਈਕ ਦਾ ਰੌਕ, ਮੂਸਾ ਦਾ ਚਟਾਨ ਉੱਤੇ ਮਾਰਨਾ। ਕੰਦੇਸ਼ ਦੇ ਇਲਾਕੇ ਵਿੱਚ ਕੁਝ ਘਟਨਾਵਾਂ। ਪਹਿਲੇ ਮਹੀਨੇ ਵਿੱਚ ਸਾਰੀ ਸੰਗਤ ਕੰਦੇਸ਼ ਦੇ ਇਲਾਕੇ ਵਿੱਚ ਸੀਨੇ ਦੀ ਉਜਾੜ ਵਿੱਚ ਪਹੁੰਚ ਗਈ, ਜਿੱਥੇ ਉਹਨਾਂ ਡੇਰੇ ਲਾਏ ਸਨ। ਉੱਥੇ ਮਿਰਜਮ ਮਰ ਗਈ ਅਤੇ ਉਹਨਾਂ ਨੇ ਉਸ ਨੂੰ ਦਫਨਾ ਦਿੱਤਾ। ਪਰ ਉਸ ਉਜਾੜ ਵਿੱਚ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ, ਇਸ ਲਈ ਲੋਕ ਇਕੱਠੇ ਹੋ ਕੇ ਮੂਸਾ ਤੇ ਆਰੋਨ ਦੇ ਵਿਰੁੱਧ ਗੱਲਾਂ ਕਰਨ ਲੱਗੇ। ਉਹ ਮੂਸਾ ਨੂੰ ਕਹਿਣ ਲੱਗੇ, ਚੰਗਾ ਹੁੰਦਾ ਕਿ ਅਸੀਂ ਵੀ ਆਪਣੇ ਭਰਾਵਾਂ ਨਾਲ ਪ੍ਰਭੂ ਦੇ ਸਾਹਮਣੇ ਹੀ ਮਰ ਜਾਂਦੇ। ਕੀ ਤੁਸੀਂ ਪ੍ਰਭੂ ਦੇ ਲੋਕਾਂ ਨੂੰ ਇਸ ਉਜਾੜ ਵਿੱਚ ਇਸ ਲਈ ਲੈ ਕੇ ਆਏ ਕਿ ਅਸੀਂ ਇੱਥੇ ਆਪਣੇ ਪਸ਼ੂਆਂ ਸਮੇਤ ਮਰ ਜਾਈਏ? ਤੂੰ ਸਾਨੂੰ ਮਿਸਰ ਤੋਂ ਇਸੇ ਭੈੜੇ ਥਾਂ ਤੇ ਕਿਉਂ ਲੈ ਕੇ ਆਇਆ? ਇਸਰਾਏਲੀ ਮੂਸਾ ਨੂੰ ਕਹਿਣ ਲੱਗੇ ਕਿ ਇੱਥੇ ਨਾ ਅਨਾਜ ਹੈ, ਨਾ ਹਜੀਰਾ, ਨਾ ਅੰਗੂਰ, ਨਾ ਅਨਾਰ ਅਤੇ ਨਾ ਹੀ ਪੀਣ ਦੇ ਲਈ ਪਾਣੀ। ਇਹ ਸਭ ਸੁਣ ਕੇ ਮੂਸਾ ਤੇ ਆਰੋਨ ਲੋਕਾਂ ਕੋਲੋਂ ਹਟ ਕੇ ਸੰਗਤ ਦੇ ਤੰਬੂ ਕੋਲ ਜਾ ਕੇ ਮੂੰਹ ਭਾਰ ਡਿੱਗ ਪਏ। ਉੱਥੇ ਉਹਨਾਂ ਤੇ ਪ੍ਰਭੂ ਦਾ ਤੇਜ ਪ੍ਰਗਟ ਹੋਇਆ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਸਾਖੀ ਦੇ ਤੰਬੂ ਕੋਲੋਂ ਲਾਠੀ ਲੈ ਅਤੇ ਆਰੋਨ ਨੂੰ ਨਾਲ ਲੈ ਕੇ ਸਭ ਲੋਕਾਂ ਨੂੰ ਇਕੱਠਿਆਂ ਕਰ। ਫਿਰ ਤੁਸੀਂ ਲੋਕਾਂ ਦੇ ਸਾਹਮਣੇ ਹੀ ਚਟਾਨ ਨੂੰ ਕਹਿਣਾ ਕਿ ਉਹ ਤੁਹਾਨੂੰ ਪਾਣੀ ਦੇਵੇ, ਤਾਂ ਉਸ ਤੋਂ ਪਾਣੀ ਦੇ ਫੁਫਾਰੇ ਫੁੱਟ ਪੈਣਗੇ। ਉਹੀ ਪਾਣੀ ਤੁਸੀਂ ਲੋਕਾਂ ਅਤੇ ਉਹਨਾਂ ਦੇ ਪਸ਼ੂਆਂ ਨੂੰ ਪੀਣ ਲਈ ਦੇਣਾ। ਮੂਸਾ ਨੇ ਪ੍ਰਭੂ ਦੇ ਕਹੇ ਅਨੁਸਾਰ ਜਾ ਕੇ ਲਾਠੀ ਲੈ ਲਈ। ਫਿਰ ਮੂਸਾ ਅਤੇ ਆਰੋਨ ਨੇ ਸਭ ਲੋਕਾਂ ਨੂੰ ਇਕੱਠੇ ਕਰਕੇ ਕਿਹਾ, ਇਹ ਵਿਦਰੋਹੀਓ, ਕੀ ਅਸੀਂ ਇਸ ਚਟਾਨ ਵਿੱਚੋਂ ਤੁਹਾਡੇ ਲਈ ਪਾਣੀ ਵਗਾਈਏ? ਇਹ ਕਹਿ ਕੇ ਮੂਸਾ ਨੇ 2 ਵਾਰ ਆਪਣੇ ਹੱਥ ਵਿਚਲੀ ਲਾਠੀ ਚਟਾਨ 'ਤੇ ਮਾਰੀ ਅਤੇ ਉਸ ਵਿੱਚੋਂ ਪਾਣੀ ਦੇ ਫੁਹਾਰੇ ਵਗ ਤੁਰੇ। ਤਦ ਲੋਕਾਂ ਅਤੇ ਉਹਨਾਂ ਦੇ ਪਸ਼ੂਆਂ ਨੇ ਉੱਥੋਂ ਪਾਣੀ ਪੀਤਾ। ਤਦ ਪ੍ਰਭੂ ਨੇ ਮੂਸਾ ਤੇ ਆਰੋਨ ਨੂੰ ਕਿਹਾ, ਤੁਹਾਨੂੰ ਵੀ ਮੇਰੀ ਸ਼ਕਤੀ 'ਤੇ ਵਿਸ਼ਵਾਸ ਨਹੀਂ ਹੈ, ਇਸ ਕਾਰਨ ਤੁਸੀਂ ਮੇਰੇ ਨਾਂ ਨੂੰ ਇਹਨਾਂ ਲੋਕਾਂ ਉੱਤੇ ਪ੍ਰਗਟ ਕਰਨ ਵਿੱਚ ਅਸਫਲ ਰਹੇ ਹੋ। ਇਸ ਲਈ ਤੁਸੀਂ ਇਹਨਾਂ ਲੋਕਾਂ ਨੂੰ ਉਸ ਧਰਤੀ 'ਤੇ ਪਹੁੰਚਾ ਨਹੀਂ ਸਕੋਗੇ ਜੋ ਮੈਂ ਇਹਨਾਂ ਨੂੰ ਦੇਣ ਵਾਲਾ ਹਾਂ। ਇਹ ਘਟਨਾ ਮਰੀਬਾ ਦੇ ਪਾਣੀ ਕੋਲ ਵਾਪਰੀ, ਜਿੱਥੇ ਲੋਕਾਂ ਨੇ ਪ੍ਰਭੂ ਦਾ ਵਿਦਰੋਹ ਕੀਤਾ ਅਤੇ ਉੱਥੇ ਹੀ ਉਸਨੇ ਆਪਣੇ ਆਪ ਨੂੰ ਉਹਨਾਂ ਦੇ ਵਿਚਕਾਰ ਪਵਿੱਤਰ ਠਹਿਰਾਇਆ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਰਵਾਦ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਇਹਨਾਂ ਵਚਨਾਂ ਵਿੱਚ ਦੱਸਿਆ ਗਿਆ ਕਿ ਬਹੁਤ ਸਾਰੇ ਇਸਰਾਏਲੀ ਜਦੋਂ ਮਿਸਰ ਵਿੱਚ ਰਹਿੰਦੇ ਸਨ ਮਰ ਗਏ ਸਨ। ਮੂਸਾ ਤੇ ਆਰੋਨ ਜਦੋਂ ਇਸਰਾਏਲੀਆਂ ਨੂੰ ਮਿਸਰ ਤੋਂ ਬਾਹਰ ਕੱਢ ਕੇ ਲਿਆਏ ਸਨ, ਉਹ ਰਸਤੇ ਵਿੱਚ ਮੂਸਾ ਤੇ ਆਰੋਨ ਨੂੰ ਵੱਧ ਘੱਟ ਬੋਲਦੇ ਸਨ ਕਿ ਸਾਨੂੰ ਤੁਸੀਂ ਕਿਉਂ ਮਿਸਰ ਤੋਂ ਲੈ ਕੇ ਆਏ ਹੋ? ਤੁਸੀਂ ਸਾਨੂੰ ਉੱਥੇ ਆਪਣੇ ਭਰਾਵਾਂ ਨਾਲ ਕਿਉਂ ਨਹੀਂ ਮਰਨ ਦਿੱਤਾ? ਸਾਨੂੰ ਇੱਥੇ ਕੋਈ ਮਨਪਸੰਦ ਭੋਜਨ ਨਹੀਂ ਮਿਲਦਾ ਅਤੇ ਨਾ ਹੀ ਪੀਣ ਲਈ ਪਾਣੀ ਮਿਲਦਾ ਹੈ। ਉਹ ਮੂਸਾ ਤੇ ਆਰੋਨ ਨੂੰ ਦੋਸ਼ੀ ਠਹਿਰਾਉਂਦੇ ਸਨ। ਕਈ ਵਾਰ
ਸਾਡੇ ਘੱਟ ਵਿਸ਼ਵਾਸ ਕਾਰਨ ਜਾਂ ਆਗਿਆ ਨਾ ਮੰਨਣ ਕਾਰਨ ਵੀ ਮੁਸ਼ਕਲਾਂ ਆਉਂਦੀਆਂ ਹਨ। ਅਸੀਂ ਆਪਣੇ ਪਾਪਾਂ ਕਾਰਨ ਪਰਮੇਸ਼ਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਜਦ ਤੱਕ ਅਸੀਂ ਸੱਚਾਈ ਨੂੰ ਨਹੀਂ ਦੇਖਦੇ। ਇਸਰਾਏਲੀਆਂ ਨੇ ਜਦੋਂ ਕੰਦੇਸ਼ ਦੇ ਇਲਾਕੇ ਵਿੱਚ ਡੇਰੇ ਲਾਏ ਤੇ ਉਹਨਾਂ ਨੇ ਮੂਸਾ ਤੇ ਆਰਨ ਨੂੰ ਪਾਣੀ ਬਾਰੇ ਸ਼ਿਕਾਇਤ ਕੀਤੀ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਚਟਾਨ ਨੂੰ ਕਹਿ, ਉਹ ਤੁਹਾਨੂੰ ਪਾਣੀ ਦੇਵੇਗਾ। ਮੂਸਾ ਨੇ 2 ਵਾਰ ਲਾਠੀ ਚਟਾਨ ਉੱਤੇ ਮਾਰੀ ਅਤੇ ਚਮਤਕਾਰ ਹੋਇਆ। ਸਭ ਲੋਕਾਂ ਨੇ ਅਤੇ ਪਸ਼ੂਆਂ ਨੇ ਵੀ ਉਹ ਪਾਣੀ ਪੀਤਾ। ਮੂਸਾ ਸਭ ਇਸਰਾਏਲੀਆਂ ਦੀ ਅਗਵਾਈ ਕਰ ਰਿਹਾ ਸੀ, ਪਰ ਫਿਰ ਵੀ ਉਹ ਪ੍ਰਭੂ ਦੀ ਪ੍ਰਤਿਗਿਆ ਅਨੁਸਾਰ ਪ੍ਰੋਮਿਸ ਲੈਂਡ, ਪ੍ਰਤਿਗਿਆ ਵਾਲੀ ਧਰਤੀ ਤੇ ਪਹੁੰਚ ਨਹੀਂ ਸਕਿਆ, ਕਿਉਂਕਿ ਪਰਮੇਸ਼ਰ ਮੂਸਾ ਤੇ ਆਰਨ ਨਾਲ ਵੀ ਨਾਰਾਜ਼ ਸੀ। ਮੇਰੇ ਭਰਾਓ ਤੇ ਭੈਣੋ, ਪ੍ਰਭੂ ਪਰਮੇਸ਼ਰ ਦੇ ਵਚਨਾਂ ਵਿੱਚ ਜੋ ਸੱਚਾਈ ਦਿੱਤੀ ਗਈ ਹੈ ਉਹਨਾਂ ਉੱਪਰ ਅਸੀਂ ਵਿਸ਼ਵਾਸ ਕਰਨਾ ਹੈ। ਪਰਮੇਸ਼ਰ ਦੇ ਆਗਿਆਕਾਰ ਬਣ ਕੇ ਰਹਿਣਾ ਹੈ। ਨਿਮਰਤਾ ਨਾਲ, ਪਿਆਰ ਨਾਲ ਪਰਮੇਸ਼ਰ ਦੇ ਅੱਗੇ ਆਪਣੀਆਂ ਲੋੜਾਂ ਲਈ ਬੇਨਤੀਆਂ ਕਰਨੀਆਂ ਹਨ। ਪਰਮੇਸ਼ਰ ਜ਼ਰੂਰ ਮਦਦ ਕਰਦਾ, ਲੋੜਾਂ ਨੂੰ ਪੂਰੀਆਂ ਕਰਦਾ ਹੈ। ਸੋ ਸਾਨੂੰ ਹਰ ਰੋਜ਼ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਨਾ, ਸੁਣਨਾ ਅਤੇ ਪਾਪਾਂ ਤੋਂ ਮਾਫੀ ਮੰਗ ਕੇ, ਪਾਪਾਂ ਤੋਂ ਪਛਤਾਵਾ ਕਰਕੇ ਪ੍ਰਾਰਥਨਾ ਕਰਨੀ ਹੈ। ਪ੍ਰਭੂ ਆਪ ਸਭ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗ ਦੀ ਸੰਤਾਨ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਪਿਤਾ ਪਰਮੇਸ਼ਰ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ ਇਹਨਾਂ ਵਚਨਾਂ ਦਾ। ਥੈਂਕ ਯੂ ਪਿਤਾ ਪਰਮੇਸ਼ਰ। ਮੇਰੇ ਭੈਣ ਭਰਾ, ਹੁਣ ਅਸੀਂ ਸੰਤ ਮਤੀ ਦੀ ਅੰਜੀਲ ਚੈਪਟਰ 16 13 ਤੋਂ 23 ਐਤਾਂ ਪੜ੍ਹਾਂਗੇ। ਸੈਂਟ ਮੈਥਿਊ ਚੈਪਟਰ 16 verses 13 till 23. Peter say Jesus is the Messiah. ਪਤਰਸ ਦਾ ਪ੍ਰਭੂ ਯਿਸੂ ਨੂੰ ਮਸੀਹ ਮੰਨਣਾ। ਯਿਸੂ ਕੈਸਰੀਆ ਫਿਲਿੱਪੀਆਂ ਦੇ ਇਲਾਕੇ ਵੱਲ ਗਏ। ਇੱਥੇ ਉਹਨਾਂ ਆਪਣੇ ਚੇਲਿਆਂ ਕੋਲੋਂ ਪੁੱਛਿਆ, ਲੋਕੀ ਮਨੁੱਖ ਦੇ ਪੁੱਤਰ ਬਾਰੇ ਕੀ ਕਹਿੰਦੇ ਹਨ ਕਿ ਉਹ ਕੌਣ ਹੈ? ਚੇਲਿਆਂ ਨੇ ਉੱਤਰ ਦਿੱਤਾ, ਕੁਝ ਕਹਿੰਦੇ ਹਨ ਤੁਸੀਂ ਯੂਹੰਨਾ ਬਪਤਿਸਮ ਦੇਣ ਵਾਲੇ ਹੋ, ਕੁਝ ਕਹਿੰਦੇ ਹਨ ਏਲੀਆ ਨਬੀ, ਕੁਝ ਜਰਮਾਇਆ ਨਬੀ ਅਤੇ ਕੁਝ ਕੋਈ ਹੋਰ ਨਬੀ ਮੰਨਦੇ ਹਨ। ਯਿਸੂ ਨੇ ਚੇਲਿਆਂ ਤੋਂ ਪੁੱਛਿਆ, ਮੈਂ ਕੌਣ ਹਾਂ? ਤੁਸੀਂ ਇਸ ਬਾਰੇ ਕੀ ਕਹਿੰਦੇ ਹੋ? ਇਸ ਤੇ ਸ਼ਮੌਨ ਪਤਰਸ ਨੇ ਉੱਤਰ ਦਿੱਤਾ, ਤੁਸੀਂ ਜਿਉਂਦੇ ਪਰਮੇਸ਼ਰ ਦੇ ਪੁੱਤਰ ਮਸੀਹ ਹੋ। ਯਿਸੂ ਨੇ ਪਤਰਸ ਨੂੰ ਕਿਹਾ, ਧੰਨ ਹੈ ਤੂੰ ਸ਼ਮੌਨ ਬਰਜੋਨਾ, ਇਹ ਸੱਚਾਈ ਤੇਰੇ ਤੇ ਕਿਸੇ ਮਨੁੱਖ ਨੇ ਪ੍ਰਗਟ ਨਹੀਂ ਕੀਤੀ, ਸਗੋਂ ਮੇਰੇ ਪਿਤਾ ਨੇ ਕੀਤੀ ਹੈ ਜੋ ਸੁਰਗ ਵਿੱਚ ਹੈ। ਇਸ ਲਈ ਮੈਂ ਤੈਨੂੰ ਦੱਸਾਂ ਕਿ ਤੂੰ ਪਤਰਸ ਅਰਥਾਤ ਉਹ ਚਟਾਨ ਹੈ ਜਿਸ ਤੇ ਮੈਂ ਆਪਣੀ ਵਿਸ਼ਵਾਸ ਸੰਗਤ ਉਸਾਰਾਂਗਾ। ਇਸ ਨੂੰ ਮੌਤ ਵੀ ਹਿਲਾ ਨਾ ਸਕੇਗੀ। ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ। ਜੋ ਕੁਝ ਤੂੰ ਧਰਤੀ ਤੇ ਮਨਾ ਕਰੇਂਗਾ ਉਹ ਸਵਰਗ ਵਿੱਚ ਵੀ ਮਨਾ ਹੋ ਜਾਵੇਗਾ। ਇਸੇ ਤਰ੍ਹਾਂ ਹੀ ਜਿਸ ਦੇ ਲਈ ਤੂੰ ਧਰਤੀ ਤੇ ਆਗਿਆ ਦੇਵੇਂਗਾ ਉਸ ਦੇ ਲਈ ਸਵਰਗ ਵਿੱਚ ਵੀ ਆਗਿਆ ਦਿੱਤੀ ਜਾਵੇਗੀ। ਫਿਰ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਕਿਸੇ ਨੂੰ ਇਹ ਨਾ ਦੱਸਣਾ ਕਿ ਮੈਂ ਮਸੀਹ ਹਾਂ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣਾਂ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਕੈਸਰੀਆ ਫਿਲਿੱਪੀ ਉਹ ਇਲਾਕਾ ਹੈ, ਉਹ ਜਗ੍ਹਾ ਹੈ ਜਿੱਥੇ ਰਾਜਾ ਫਿਲਿਪ ਰਾਜ ਕਰਦਾ ਸੀ। ਜਦੋਂ ਫਿਲਿੱਪੀ ਰਾਜਾ ਬਣਿਆ ਤੇ ਉਸਨੇ ਇਸ ਸ਼ਹਿਰ ਨੂੰ ਦੁਬਾਰਾ ਬਣਾਇਆ। ਸਮਰਾਟ ਕੈਸਰ ਅਤੇ ਆਪਣੇ ਨਾਮ ਉੱਤੇ ਇਸ ਸ਼ਹਿਰ ਦਾ ਨਾਮ ਰੱਖਿਆ। ਪ੍ਰਭੂ ਯਿਸੂ ਪ੍ਰਚਾਰ ਕਰਦੇ ਹੋਏ ਇਸ ਸ਼ਹਿਰ ਵੱਲ ਆਏ। ਪ੍ਰਭੂ ਯਿਸੂ ਦੇ ਪ੍ਰਸ਼ਨ ਦਾ ਉੱਤਰ ਚੇਲਿਆਂ ਨੇ ਬੜੇ ਸਧਾਰਨ ਵਿਚਾਰ ਨਾਲ ਦਿੱਤਾ ਕਿ ਯਿਸੂ ਪੁਰਾਣੇ ਨਬੀਆਂ ਵਿੱਚੋਂ ਇੱਕ ਹੈ ਜੋ ਫਿਰ ਜਿਉਂਦਾ ਹੋ ਗਿਆ ਹੈ। ਇਹ ਵਿਸ਼ਵਾਸ ਹੋ ਸਕਦਾ ਹੈ ਕਿ ਡਿਟਰੋਨੋਮੀ ਚੈਪਟਰ 18 verse 18, ਵਿਵਸਥਾ ਸਾਰ ਚੈਪਟਰ 18 ਦੀ 18 ਆਇਤ ਵਿੱਚੋਂ ਜੇਕਰ ਅਸੀਂ ਪੜ੍ਹੀਏ, ਜਿੱਥੇ ਪਰਮੇਸ਼ਰ ਨੇ ਕਿਹਾ ਸੀ ਉਹ ਲੋਕਾਂ ਵਿੱਚੋਂ ਇੱਕ ਨਬੀ ਖੜਾ ਕਰੇਗਾ।
ਜਿਸ ਤਰ੍ਹਾਂ ਯਹੂਨਾ ਬਪਤਿਸਮ ਦੇਣ ਵਾਲਾ, ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਸੈਂਟ ਜੌਨ ਚੈਪਟਰ 1, ਸੰਤ ਯਹੂਨਾ ਦੀ ਇੰਜੀਲ ਚੈਪਟਰ 1, ਸੈਂਟ ਜੌਨ ਚੈਪਟਰ 1। ਏਲੀਆ ਨਬੀ ਦੇ ਬਾਰੇ ਅਸੀਂ ਪੜ੍ਹ ਸਕਦੇ ਹਾਂ ਪਹਿਲਾਂ ਰਾਜਿਆਂ ਦੀ ਪੁਸਤਕ ਚੈਪਟਰ 17, the first letter of Kings chapter 17, ਰਾਜਿਆਂ ਦੀ ਪਹਿਲੀ ਪੁਸਤਕ ਚੈਪਟਰ 17। ਜਰਮਾਇਆ ਨਬੀ ਦੇ ਬਾਰੇ ਅਸੀਂ ਪੜ੍ਹ ਸਕਦੇ ਹਾਂ ਜਰਮੀਆ ਚੈਪਟਰ 2, ਜਰਮਾਇਆ ਦੀ ਪੁਸਤਕ ਚੈਪਟਰ 2। ਪਤਰਸ ਨੇ ਪ੍ਰਭੂ ਯਿਸੂ ਨੂੰ ਕਿਹਾ, ਤੁਸੀਂ ਪਵਿੱਤਰ ਜਿਉਂਦੇ ਪਰਮੇਸ਼ਰ ਦੇ ਪੁੱਤਰ ਮਸੀਹ ਹੋ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਹੋ ਰਹੀ ਸੀ। ਜੇਕਰ ਅਸੀਂ ਪੜ੍ਹੀਏ ਸੰਤ ਮਤੀ ਦੀ ਇੰਜੀਲ ਚੈਪਟਰ 10 ਦੇ 17 ਆਇਤ, ਸੈਂਟ ਮੈਥਿਊ ਚੈਪਟਰ 3 ਵਰਸ 17, ਤਾਂ ਪਰਮੇਸ਼ਰ ਨੇ ਕਿਹਾ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ। ਸੰਤ ਯਹੂਨਾ ਦੀ ਇੰਜੀਲ ਚੈਪਟਰ 1, ਸੈਂਟ ਜੌਨ ਚੈਪਟਰ 1 ਵਿੱਚ ਦੱਸਿਆ ਗਿਆ ਕਿ ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ ਤੇ ਸ਼ਬਦ ਪਰਮੇਸ਼ਰ ਦੇ ਨਾਲ ਸੀ। ਜੋ ਪਰਮੇਸ਼ਰ ਸੀ ਉਹੀ ਸ਼ਬਦ ਸੀ। ਸ਼ਬਦ ਮਨੁੱਖ ਬਣਿਆ ਜੋ ਸਾਡੇ ਵਿਚਕਾਰ ਰਿਹਾ। ਮੇਰੇ ਭਰਾਵੋ ਤੇ ਭੈਣੋ, ਅਸੀਂ ਜੋ ਵਿਸ਼ਵਾਸ ਕਰਦੇ ਹਾਂ, ਜਾਣਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਪ੍ਰਭੂ ਅਤੇ ਪਰਮੇਸ਼ਰ ਹੈ, ਸੰਸਾਰ ਦੇ ਮੁਕਤੀਦਾਤਾ ਹਨ ਅਤੇ ਮਸੀਹ ਹਨ। ਪ੍ਰਭੂ ਯਿਸੂ ਨੇ ਚਟਾਨ ਉੱਤੇ ਚਰਚ ਬਣਾਉਣ ਦਾ ਕਿਹਾ। ਇਸ ਦਾ ਅਰਥ ਅਸੀਂ ਕਈ ਤਰੀਕਿਆਂ ਨਾਲ ਪ੍ਰਗਟ ਕਰ ਸਕਦੇ ਹਾਂ, ਕਈ ਵਿਚਾਰਾਂ ਨਾਲ ਪ੍ਰਗਟ ਕਰ ਸਕਦੇ ਹਾਂ। ਪ੍ਰਭੂ ਯਿਸੂ ਖੁਦ ਆਪ ਸਲੀਬ ਉੱਪਰ ਚੜ੍ਹ ਕੇ ਸਾਡੇ ਸਭ ਸੰਸਾਰ ਦੇ ਲੋਕਾਂ ਨੇ ਖੂਨ ਦੀ ਕੁਰਬਾਨੀ ਦੁਆਰਾ ਮੁਕਤੀ ਦਾ ਕੰਮ ਪੂਰਾ ਕਰਨਾ। ਦੂਸਰਾ ਅਸੀਂ ਕਹਿ ਸਕਦੇ ਹਾਂ, ਪਤਰਸ ਯਰੂਸ਼ਲਮ ਵਿੱਚ ਚਰਚ ਦੀ ਕਲੀਸਿਆ ਦਾ ਪਹਿਲਾ ਮਹਾਨ ਲੀਡਰ ਪ੍ਰਭੂ ਯਿਸੂ ਵੱਲੋਂ ਠਹਿਰਾਇਆ ਜਾਣਾ। ਤੀਸਰਾ ਅਸੀਂ ਕਹਿ ਸਕਦੇ ਹਾਂ, ਪਤਰਸ ਦੇ ਆਪਣੇ ਵਿਸ਼ਵਾਸ ਦਾ ਕਨਫੈਸ਼ਨ ਕਰਨਾ, ਇਕਬਾਲ ਕਰਨਾ, ਅਤੇ ਇਸੇ ਤਰ੍ਹਾਂ ਸਭ ਸੱਚੇ ਵਿਸ਼ਵਾਸੀ ਆਪਣੇ ਵਿਸ਼ਵਾਸ ਦਾ ਇਕਬਾਲ ਕਰਦੇ ਹਨ, ਕਨਫੈਸ਼ਨ ਕਰਦੇ ਹਨ। ਇਹ ਜ਼ਿਆਦਾ ਕਰਕੇ ਲੱਗਦਾ ਹੈ ਕਿ ਚਟਾਨ ਦਾ ਪਤਰਸ ਦੇ ਕਲੀਸਿਆ ਦਾ ਲੀਡਰ ਹੋਣ 'ਤੇ ਵੀ ਸੰਬੋਧਨ ਹੁੰਦਾ ਹੈ। ਜਿਸ ਤਰ੍ਹਾਂ ਪਤਰਸ ਨੇ ਪ੍ਰਭੂ ਯਿਸੂ ਦੀ ਸੱਚੀ ਪਛਾਣ ਪ੍ਰਗਟ ਕੀਤੀ ਸੀ, ਉਸੇ ਤਰ੍ਹਾਂ ਹੀ ਪ੍ਰਭੂ ਯਿਸੂ ਨੇ ਵੀ ਪਤਰਸ ਦਾ ਕੰਮ ਅਤੇ ਪਛਾਣ ਪ੍ਰਗਟ ਕੀਤੀ ਹੈ। ਪ੍ਰਭੂ ਯਿਸੂ ਦੇ ਸਵਰਗ ਜਾਣ ਤੋਂ ਬਾਅਦ ਪਤਰਸ ਨੇ ਸਭ ਮਸੀਹ ਲੋਕਾਂ ਨੂੰ ਯਾਦ ਕਰਵਾਇਆ ਕਿ ਉਹ ਸਭ ਰਸੂਲਾਂ ਅਤੇ ਨਬੀਆਂ ਦੀ ਨੀਂਹ ਪੱਥਰ ਅਤੇ ਚਰਚ ਬਣੇ ਹੋਏ ਹਨ, ਅਤੇ ਪ੍ਰਭੂ ਯਿਸੂ ਮਸੀਹ ਉਸ ਚਰਚ ਦੇ ਕੋਨੇ ਦਾ ਪੱਥਰ ਹਨ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਪਹਿਲਾ ਪਤਰਸ ਚੈਪਟਰ 2 4 ਤੋਂ 6 ਆਇਤਾਂ, ਫਸਟ ਲੈਟਰ ਆਫ ਪੀਟਰ ਚੈਪਟਰ 2 ਵਰਸਸ 4 till 6। ਸਭ ਵਿਸ਼ਵਾਸੀ ਮੁਕਤੀਦਾਤਾ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਦੁਆਰਾ ਚਰਚ ਵਿੱਚ ਇਕੱਠੇ ਹਨ। ਉਸੇ ਵਿਸ਼ਵਾਸ ਦੁਆਰਾ ਜਿਹੜਾ ਪਤਰਸ ਨੇ ਇੱਥੇ ਪ੍ਰਗਟ ਕੀਤਾ ਹੈ, ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਇਫੀਸ਼ੀਅਨ ਚੈਪਟਰ 2 ਵਰਸਸ 20 and 21, ਹਬਸ਼ੀਆਂ ਦੀ ਪੁਸਤਕ ਚੈਪਟਰ 2 20 ਤੇ 21 ਆਇਤਾਂ। ਪ੍ਰਭੂ ਯਿਸੂ ਨੇ ਪਤਰਸ ਦੇ ਵਿਸ਼ਵਾਸ ਨੂੰ ਕਬੂਲ ਕਰਨ ਲਈ ਪਤਰਸ ਦੀ ਪ੍ਰਸ਼ੰਸਾ ਕੀਤੀ। ਪਤਰਸ ਵਾਂਗ ਇਹ ਵਿਸ਼ਵਾਸ ਹੀ ਹੈ ਜੋ ਮਸੀਹ ਦੇ ਰਾਜ ਦੀ ਨੀਂਹ ਹੈ, ਜਿਸ ਨੂੰ ਸ਼ੈਤਾਨ ਵੀ ਹਿਲਾ ਨਹੀਂ ਸਕਦੀ। ਸਵਰਗ ਦੀਆਂ ਕੁੰਜੀਆਂ ਬਾਰੇ ਅਸੀਂ ਕਈ ਵਿਚਾਰ ਪ੍ਰਗਟ ਕਰ ਸਕਦੇ ਹਾਂ, ਜਿਸ ਤਰ੍ਹਾਂ ਚਰਚ ਦੇ ਸਭ ਕੰਮਾਂ ਵਿੱਚ ਡਿਸਪਲਿਨ ਰੱਖਣ ਲਈ ਅਧਿਕਾਰ ਦੇਣਾ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਮਤੀ ਦੀ ਇੰਜੀਲ ਚੈਪਟਰ 18 15 ਤੋਂ 18 ਆਇਤਾਂ, ਸੈਂਟ ਮੈਥਿਊ ਚੈਪਟਰ 18 ਵਰਸਸ 15 till 18। ਦੂਸਰਾ ਅਸੀਂ ਕਹਿ ਸਕਦੇ ਹਾਂ ਪਾਪਾਂ ਤੋਂ ਮਾਫੀ ਦੇਣ ਦਾ ਅਧਿਕਾਰ।
ਅਸੀਂ ਪੜ੍ਹ ਸਕਦੇ ਹਾਂ ਸੰਤ ਯੂਹੰਨਾ ਦੀ ਇੰਜੀਲ ਚੈਪਟਰ 20 ਦੀ 23 ਆਇਤ, ਸੈਂਟ ਜੌਨ ਚੈਪਟਰ 20 ਵਰਸ 23। ਤੀਸਰਾ ਅਸੀਂ ਕਹਿ ਸਕਦੇ ਹਾਂ ਦੂਜੇ ਲੋਕਾਂ ਨੂੰ ਮੁਕਤੀ ਦਾ ਸੰਦੇਸ਼ ਦੇ ਕੇ ਸਵਰਗ ਦੇ ਰਾਜ ਵੱਲ ਲੈ ਕੇ ਆਉਣਾ। ਐਕਟਸ ਚੈਪਟਰ 15 ਵਰਸਿਸ 7 till 9। ਚੇਲਿਆਂ ਦੇ ਕਰਤੱਵ ਚੈਪਟਰ 15 7 ਤੋਂ 9 ਆਇਤਾਂ ਪੜ੍ਹ ਸਕਦੇ ਹਾਂ। ਪ੍ਰਭੂ ਯਿਸੂ ਦੇ ਸਮੇਂ ਮੰਦਰ ਦੇ ਲੀਡਰ ਸੋਚਦੇ ਸਨ ਕਿ ਸਵਰਗ ਰਾਜ ਦੀਆਂ ਕੁੰਜੀਆਂ ਕੇਵਲ ਉਹਨਾਂ ਕੋਲ ਹੀ ਹਨ, ਅਤੇ ਉਹ ਮੰਦਰ ਦੇ ਲੀਡਰ ਕੁਝ ਲੋਕਾਂ ਨੂੰ ਮੰਦਰ ਤੋਂ ਬਾਹਰ ਹੀ ਰੱਖਦੇ ਸਨ। ਪਰ ਪਰਮੇਸ਼ਰ ਦੇ ਸਵਰਗ ਦਾ ਰਾਜ ਸਭ ਲਈ ਖੁੱਲ੍ਹਾ ਹੈ। ਅਸੀਂ ਵੀ ਦੂਜੇ ਆਪਣੇ ਭੈਣ ਭਰਾਵਾਂ ਨੂੰ ਪਰਮੇਸ਼ਰ ਦੇ ਵਚਨਾਂ ਬਾਰੇ ਦੱਸਣਾ ਹੈ, ਸਵਰਗ ਦੇ ਰਾਜ ਬਾਰੇ ਗਿਆਨ ਦੇਣਾ ਹੈ। ਜੋ ਵੀ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰਦੇ, ਉਸ ਦੇ ਹੁਕਮਾਂ ਦੇ ਨਿਯਮਾਂ ਉੱਤੇ ਚੱਲਦੇ ਹਨ, ਪਰਮੇਸ਼ਰ ਦੇ ਵਚਨਾਂ ਦੀ ਆਗਿਆ ਮੰਨਦੇ ਹਨ, ਸਵਰਗ ਦਾ ਦਰਵਾਜ਼ਾ ਉਹਨਾਂ ਸਭ ਲਈ ਖੁੱਲ੍ਹਾ ਹੈ। ਪ੍ਰਭੂ ਯਿਸੂ ਨੇ ਸਭ ਚੇਲਿਆਂ ਨੂੰ ਚੇਤਾਵਨੀ ਦਿੱਤੀ, ਜੋ ਪਤਰਸ ਨੇ ਕਿਹਾ ਹੈ ਕਿਸੇ ਨੂੰ ਨਹੀਂ ਦੱਸਣਾ, ਕਿਉਂਕਿ ਉਹ ਮਸੀਹ ਦੇ ਬਾਰੇ ਪੂਰੀ ਤਰ੍ਹਾਂ ਸਮਝੇ ਨਹੀਂ ਹਨ। ਮੈਂ ਇੱਕ ਦੁੱਖ ਸਹਿਣ ਵਾਲਾ ਦਾਸ ਬਣ ਕੇ ਆਇਆ ਹਾਂ, ਨਾ ਕਿ ਕੋਈ ਮਿਲਟਰੀ ਦਾ ਸੈਨਾਪਤੀ। ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੀ ਮੌਤ ਅਤੇ ਮੁਰਦੇ ਵਿੱਚੋਂ ਜੀ ਉੱਠਣ ਬਾਰੇ ਦੱਸਿਆ, ਪਰ ਅਜੇ ਵੀ ਚੇਲੇ ਪ੍ਰਭੂ ਦੇ ਸੱਚਾਈ ਤੇ ਅਸਲੀ ਪਰਪਸ ਉਦੇਸ਼ ਨੂੰ ਨਹੀਂ ਸਮਝੇ ਸਨ। ਪ੍ਰਭੂ ਯਿਸੂ ਮਸੀਹ ਨੇ ਇੱਥੇ ਪਹਿਲੀ ਵਾਰ ਆਪਣੀ ਮੌਤ ਬਾਰੇ, ਭਵਿੱਖਬਾਣੀ ਬਾਰੇ ਦੱਸਿਆ ਹੈ। ਅਸੀਂ ਪੜ੍ਹ ਸਕਦੇ ਹਾਂ ਸੰਤ ਮਤੀ ਦੀ ਇੰਜੀਲ ਚੈਪਟਰ 17 22 ਤੇ 23 ਆਇਤਾਂ। ਫਿਰ ਸੰਤ ਮਤੀ ਦੀ ਇੰਜੀਲ ਚੈਪਟਰ 20 17 ਤੋਂ 19 ਆਇਤਾਂ। ਸੈਂਟ ਮੈਥਿਊ ਚੈਪਟਰ 17 ਵਰਸਿਸ 22 and 23। ਸੈਂਟ ਮੈਥਿਊ ਚੈਪਟਰ 20 ਵਰਸਿਸ 17 till 19। ਪਤਰਸ ਅਤੇ ਪ੍ਰਭੂ ਯਿਸੂ ਦੇ ਹੋਰ ਵਿਸ਼ਵਾਸੀ ਪ੍ਰਭੂ ਦੇ ਦੁੱਖਾਂ ਵਿੱਚ ਦੁਨਿਆਵੀ ਤੌਰ 'ਤੇ ਰੱਖਿਆ ਕਰਦੇ ਸਨ। ਹਰ ਮੁਸ਼ਕਿਲ ਵਿੱਚ ਪ੍ਰਭੂ ਯਿਸੂ ਦੀ ਦੇਖਭਾਲ ਕਰਦੇ ਸਨ, ਉਸ ਨੂੰ ਕੋਈ ਵੀ ਮੁਸ਼ਕਿਲ ਵਿੱਚ ਨਹੀਂ ਆਉਣ ਦਿੰਦੇ ਸਨ। ਪਰ ਪਤਰਸ ਅਤੇ ਉਸਦੇ ਸਾਥੀ ਜੇਕਰ ਪ੍ਰਭੂ ਯਿਸੂ ਨੂੰ ਨਾ ਮਰਨ ਦਿੰਦੇ, ਨਾ ਦੁੱਖ ਸਹਿਣ ਦਿੰਦੇ, ਤਾਂ ਪਤਰਸ ਨੇ ਆਪਣੇ ਪਾਪ ਵਿੱਚ ਹੀ ਮਰ ਜਾਣਾ ਸੀ। ਪਤਰਸ ਨੇ ਪ੍ਰਭੂ ਯਿਸੂ ਨੂੰ ਮਸੀਹ ਦੇ ਤੌਰ 'ਤੇ ਪਛਾਣਿਆ ਸੀ। ਉਸ ਨੂੰ ਪ੍ਰਭੂ ਦੇ ਦੁਨਿਆਵੀ ਦੁੱਖ, ਤਸੀਹੇ, ਮੌਤ ਅਤੇ ਰੂਹਾਨੀ ਤੌਰ 'ਤੇ ਮੁਰਦਿਆਂ 'ਚੋਂ ਜੀ ਉੱਠਣਾ ਬਾਰੇ ਇਸ ਬਾਰੇ ਕੋਈ ਗਿਆਨ ਨਹੀਂ ਸੀ। ਕਈ ਵਾਰ ਸ਼ੈਤਾਨ ਵੀ ਹਮੇਸ਼ਾ ਸਾਨੂੰ ਪਰਮੇਸ਼ਰ ਕੋਲ ਪਹੁੰਚਣ ਨਹੀਂ ਦਿੰਦਾ। ਸ਼ੈਤਾਨ ਪਰਮੇਸ਼ਰ ਨਾਲ ਸਾਡਾ ਰਿਸ਼ਤਾ ਤੋੜਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਕਈ ਵਾਰ ਅਸੀਂ ਵੀ ਪਰਮੇਸ਼ਰ ਦੇ ਭੇਦਾਂ ਨੂੰ ਨਹੀਂ ਸਮਝ ਸਕਦੇ। ਇਸੇ ਵਰਤਾਓ ਕਾਰਨ ਪ੍ਰਭੂ ਯਿਸੂ ਨੇ ਪਤਰਸ ਨੂੰ ਝਿੜਕਿਆ ਕਿ ਤੂੰ ਪਰਮੇਸ਼ਰ ਦੀਆਂ ਰੂਹਾਨੀ ਗੱਲਾਂ ਦਾ ਨਹੀਂ, ਸਗੋਂ ਦੁਨਿਆਵੀ ਸੰਸਾਰਕ ਗੱਲਾਂ ਦਾ ਧਿਆਨ ਰੱਖਦਾ ਹੈ। ਅਸੀਂ ਵੀ ਬਹੁਤ ਵਾਰ ਦੁਨਿਆਵੀ ਗੱਲਾਂ ਦਾ ਧਿਆਨ ਜ਼ਿਆਦਾ ਰੱਖਦੇ ਹਾਂ, ਪਰਮੇਸ਼ਰ ਦੇ ਵਚਨਾਂ ਵੱਲ ਬਹੁਤ ਘੱਟ ਧਿਆਨ ਦਿੰਦੇ ਹਾਂ। ਸਾਨੂੰ ਵੀ ਪਰਮੇਸ਼ਰ ਦੇ ਗੁਪਤ ਭੇਦਾਂ ਦਾ ਕਈ ਵਾਰ ਨਹੀਂ ਗਿਆਨ ਹੁੰਦਾ। ਪਰਮੇਸ਼ਰ ਦੇ ਗੁਪਤ ਭੇਦਾਂ ਦਾ ਬਾਰੇ ਅਸੀਂ ਨਹੀਂ ਜਾਣ ਸਕਦੇ। ਮੇਰੇ ਭੈਣ ਭਰਾਵੋ, ਅਸੀਂ ਵੀ ਪ੍ਰਭੂ ਯਿਸੂ ਵਿੱਚ ਪੱਕਾ ਵਿਸ਼ਵਾਸ ਰੱਖੀਏ ਔਰ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਰਹੀਏ, ਸੁਣਦੇ ਰਹੀਏ ਔਰ ਪ੍ਰਾਰਥਨਾ ਕਰਦੇ ਰਹੀਏ। ਪ੍ਰਭੂ ਯਿਸੂ ਸਾਨੂੰ ਸਭ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇਗਾ, ਜਿਸ ਨਾਲ ਅਸੀਂ ਆਉਣ ਵਾਲੀਆਂ ਗੱਲਾਂ ਜਾਣ ਸਕਦੇ ਹਾਂ ਔਰ ਪ੍ਰਭੂ ਦੇ ਗੁਪਤ ਭੇਦਾਂ ਨੂੰ ਜਾਣ ਸਕਦੇ ਹਾਂ। ਤਾਂ ਪਿਤਾ ਪਰਮੇਸ਼ਰ ਸਾਨੂੰ ਸਭ ਭੈਣ ਭਰਾਵਾਂ ਨੂੰ ਰੂਹਾਨੀ ਗੱਲਾਂ ਸਮਝਣ ਲਈ ਅਕਲ, ਬੁੱਧੀ, ਗਿਆਨ ਦੇਵੇਗਾ। ਔਰ ਪ੍ਰਭੂ ਪਰਮੇਸ਼ਰ ਆਪ ਸਾਰਿਆਂ ਨੂੰ ਤੇ ਮੈਨੂੰ ਸਵਰਗ ਰਾਜ ਦੇ ਭਾਗੀ ਬਣਾਵੇ। ਆਮੀਨ। ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ। ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ। ਥੈਂਕ ਯੂ ਜੀਸਸ। ਅਸੀਂ ਪ੍ਰਭੂ ਦੀ ਸਿਖਾਈ ਪ੍ਰਾਰਥਨਾ ਕਰਾਂਗੇ
ਮਾਂ ਮਰੀਮ ਦੇ ਅੱਗੇ ਸਿਫਾਰਿਸ਼ ਕਰਾਂਗੇ, ਸਾਡੇ ਲਈ ਦੁਆ ਕਰਨ, ਪ੍ਰਾਰਥਨਾ ਕਰਨ। ਸਾਰੇ ਸੰਤ ਤੇ ਫਰਿਸ਼ਤੇ ਮਿਲ ਕੇ ਸਭ ਭੈਣ ਭਰਾਵਾਂ ਲਈ ਦੁਆ ਕਰਨ। ਐ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮਨਾਇਆ ਜਾਵੇ, ਤੇਰਾ ਰਾਜ ਜਾਵੇ, ਤੇਰੀ ਮਰਜ਼ੀ ਜਿਹੜੀ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਪੂਰੀ ਹੋਵੇ। ਸਾਡੀ ਰੋਜ਼ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹੀ, ਕੁਦਰਤ, ਜਲਾਲ, ਸਦਾ ਤਾਂ ਹਮੇਸ਼ਾ ਆਪਦੇ ਹਨ। ਆਮੀਨ। ਮਾਂ ਮਰੀਮ, ਸੰਤ ਰੀਮਾ ਟਰੀਜ਼ਾ, ਸੰਤ ਯੂਸਫ, ਸੰਤ ਮਾਈਕਲ, ਸਾਰੇ ਸੰਤਾਂ ਅਤੇ ਫਰਿਸ਼ਤਿਆਂ ਨੂੰ ਅਸੀਂ ਸਿਫਾਰਿਸ਼ ਕਰਦੇ ਹਨ, ਕਿਉਂਕਿ ਇਸ ਵਰਗਾਂ ਚ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਦੇ ਅੱਗੇ ਦੁਆ ਕਰਨ, ਪ੍ਰਾਰਥਨਾ ਕਰਨ। ਜਿੰਨੇ ਵੀ ਸਾਡੇ ਭੈਣ ਭਰਾ ਪ੍ਰਭੂ ਦਾ ਵਚਨ ਸੁਣ ਰਹੇ, ਪ੍ਰਭੂ ਯਿਸੂ ਉਹਨਾਂ ਸਭ ਤੇ ਰਹਿਮ ਕਰੇ, ਦਇਆ ਕਰੇ, ਕਿਰਪਾ ਕਰੇ, ਆਸ਼ੀਸ਼ ਬਰਕਤ ਦੇਵੇ, ਕੰਮਕਾਰ ਚ ਬਰਕਤ ਦੇਵੇ। ਉਹਨਾਂ ਨੂੰ ਸਭ ਸ਼ੈਤਾਨੀ ਤਾਕਤਾਂ ਤੋਂ ਬਚਾ ਕੇ ਰੱਖੇ, ਹਰ ਬਿਮਾਰੀ ਤੋਂ ਬਚਾ ਕੇ ਰੱਖੇ। ਆਮੀਨ। ਸਲਾਮ ਹੈ ਮਰੀਮ, ਫਜਨਾ ਭਰੀ, ਖੁਦਾਵੰਦ ਤੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਾਨਾ ਨਾਲ ਤਾਨਾ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ, ਹੁਣ ਤਾਂ ਸਾਡੀ ਮੌਤ ਦੇ ਵੇਲੇ। ਆਮੀਨ। ਬਾਪ ਬੇਟਾ ਤ੍ਰਿਪਾ ਦੀ ਵਡਿਆਈ ਹੋਵੇ, ਜਿਹੜੀ ਮੁੱਢੋਂ ਸੇ ਹੁਣ ਤਾਂ ਹਮੇਸ਼ਾ ਹੋਵੇਗੀ। ਆਮੀਨ। ਐ ਮੇਰੇ ਨਿਹਤ ਮਿਹਰਬਾਨ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸੁਰਗ ਖਿੱਚ ਲੈ, ਖਾਸ ਕਰਕੇ ਉਹਨਾਂ ਤੇਰੇ ਰਹਿਮਤ ਦੇ ਬਹੁਤ ਲੋੜਵੰਦ ਹਨ। ਆਮੀਨ। ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪ੍ਰਭੂ ਯਿਸੂ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਅੱਜ ਦੇ ਵਕਤ ਦੇ ਸਮੇਂ ਲਈ ਜੋ ਤੁਸੀਂ ਸਾਡੇ ਦੇ ਵਚਨ ਦਿੱਤੇ ਹਨ ਪ੍ਰਭੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਸਾਡੀਆਂ ਸਭ ਭੈਣ ਭਰਾਵਾਂ ਦੀਆਂ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰਨਾ ਪ੍ਰਭੂ ਯਿਸੂ ਜੀ, ਸਾਨੂੰ ਵਿਸ਼ਵਾਸ 'ਚ ਪੱਕੇ ਰੱਖਣਾ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਤੁਸੀਂ ਪ੍ਰਭੂ ਪਰਮੇਸ਼ਰ ਹੋ, ਤੁਸੀਂ ਆਦਿ ਅੰਤ ਹੋ, ਤੁਸੀਂ ਆਉਣੇ ਵਾਲੇ ਹੋ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ, ਧੰਨਵਾਦ ਪ੍ਰਭੂ ਯਿਸੂ, ਧੰਨਵਾਦ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਕਿਰਪਾ, ਦਇਆ ਤੇ ਸ਼ਾਂਤੀ, ਪਰਮੇਸ਼ਰ ਦਾ ਪਿਆਰ, ਪਵਿੱਤਰ ਆਤਮਾ ਦੀ ਸੰਗਤ ਸਾਡੇ ਸਭ ਭੈਣ ਭਰਾ ਦੇ ਨਾਲ ਹੋਵੇ। ਆਮੀਨ। ਹਾਲੇਲੂਇਆ। ਬਾਪ ਬੇਟਾ ਤ੍ਰਿਪਾ ਦੀ ਵਡਿਆਈ ਹੋਵੇ, ਜਿਹੜੇ ਮੁੱਢੋਂ ਸੇ ਹੁਣ ਤਾਂ ਹਮੇਸ਼ਾ ਹੋਵੇਗੀ। ਆਮੀਨ। ਬਾਪ ਬੇਟਾ ਤ੍ਰਿਪਾ ਨਾਮ ਤੇ। ਆਮੀਨ।